ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਹੀ ਸਚ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆ। ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਸੇਵਾ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤਮਈ ਗੁਰਬਾਣੀ ਪੜ੍ਹਨ ਦਾ, ਸੁਣਨ ਦਾ, ਵਿਚਾਰਨ ਦਾ, ਸੇਵਾ ਸਿਮਰਨ ਕਰਨ ਦਾ ਸਮਾਂ ਮਿਲਿਆ। ਪ੍ਰੇਮੀਓ, ਜਿੰਨੀਆਂ ਵੀ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਨਿਤਨੇਮ ਅਨੁਸਾਰ ਗੁਰੂ ਚਰਨਾਂ 'ਚ ਆਪ ਜੀ ਹਾਜ਼ਰੀਆਂ ਭਰ ਰਹੇ ਹੋ, ਸਭ ਧੰਨਤਾ ਦੇ ਯੋਗ ਹੋ ਜੀ, ਵੱਡਿਆਂ ਕਰਮਾਂ ਵਾਲੇ ਹੋ। ਸੋ ਆਓ, ਜਿੰਨਾ ਕੁ ਸਮਾਂ ਸਤਿਗੁਰ ਬਖਸ਼ਦੇ ਨੇ, ਲੜੀਵਾਰ ਕਥਾ ਵਿਚਾਰ ਮਹਾਰਾਜ ਦੇ ਅਗਾਧ ਬੋਧ ਬਚਨ ਮਨ ਕਰਕੇ ਸੁਣਨਾ ਕਰੀਏ, ਮਨ ਕਰਕੇ ਸੁਣਾਈਏ ਤੇ ਹਿਰਦੇ ਵਸਾਉਣ ਦਾ ਯਤਨ ਕਰੀਏ। ਫਾਇਦਾ ਵੀ ਤਾਂ ਨਾ ਦਵਾਈ ਲੈਣ ਦਾ, ਜੇ ਅਸੀਂ ਦਵਾਈ ਖਾਵਾਂਗੇ। ਡਾਕਟਰ ਤੱਕ ਕੋਲ ਗਏ, ਦਵਾਈ ਲੈ ਲਈ, ਫੀਸ ਵੀ ਦੇਤੀ, ਉਹਨੇ ਮਰਿਆਦਾ ਵੀ ਦੱਸਣੀ ਹੈ, ਭਾਵ ਕਿ ਨਿਯਮ ਵੀ ਦੱਸਣਾ ਹੈ, ਕੀ ਪਰਹੇਜ਼ ਰੱਖਣੇ ਨੇ, ਕਿਹੜੇ ਟਾਈਮ ਖਾਣੀ ਹੈ, ਕਿਵੇਂ ਖਾਣੀ ਹੈ, ਕਿੰਨੀ ਡੋਜ਼ ਲੈਣੀ ਹੈ, ਸਭ ਕੁਛ ਦੱਸੂ ਨਾ ਜੀ। ਹੁਣ ਜੇ ਕੇਵਲ ਦਵਾਈ ਲੈ ਆਏ ਸੀ PGI ਜਾ ਕੇ, ਅਮਰੀਕਾ ਕੈਨੇਡਾ ਤੋਂ ਵੀ ਕੀ ਇਲਾਜ ਕਰਾਉਂਦੇ ਨੇ ਲੋਕ, ਦਵਾਈ ਲਿਆਂਦੀ, ਖਾਵੇ ਹੈ ਨਾ, ਅਸਰ ਹੋਊ ਦਵਾਈ ਦਾ? ਉਹਦਾ ਨਹੀਂ ਹੋਣਾ। ਦਵਾਈ ਜਿੰਨਾ ਤੱਕ ਅੰਦਰ ਨਹੀਂ ਨਾ ਜਾਂਦੀ ਜੀ, ਬਿਮਾਰੀ ਬਾਹਰ ਨਹੀਂ ਆਉਣੀ। ਉਪਦੇਸ਼ ਵੀ ਜਿਹੜਾ ਨਾ ਗੁਰਬਾਣੀ ਦਾ ਤਾਂ ਕੰਮ ਕਰੂ ਜੇ ਅੰਦਰ ਜਾਊ। ਬਾਹਰੋਂ ਪੜ੍ਹਨ ਵਾਲੇ, ਸੁਣਨ ਵਾਲੇ, ਸੁਣਾਉਣ ਵਾਲੇ
ਲੱਖੀਂ ਫਿਰਦੇ ਨੇ, ਬੜੀ ਦੁਨੀਆ ਫਿਰਦੀ ਆ। ਤੇ ਯਤਨ ਕਰੀਏ ਭਾਈ, ਗੁਰੂ ਦੇ ਬਚਨ ਜਿਹੜੇ ਆ ਹਿਰਦੇ ਵਸਾਈਏ। ਸੋ ਆਓ ਆਪਣੀ ਵਿਚਾਰ ਤੇ ਲੜੀਵਾਰ ਕਥਾ ਉਹਦੀ ਕਿਰਪਾ ਨਾਲ ਮਿਲੀ ਹੈ। ਕੱਲ ਜੋ ਵਿਚਾਰਿਆ ਸੀ ਕਿ ਜੋਗੀ ਜਿਹੜੇ ਨੇ ਨਾ, ਜੋਗੀ ਉਹ ਕਹਿੰਦੇ ਜੋਗ ਮਤ ਦੁਆਰਾ ਹੀ ਮੁਕਤੀ ਮਿਲਣੀ ਆ। ਜੋਗੀ ਕਹਿਤ ਮੁਕਤਾ, ਹਾਲਾਂਕਿ ਮਿਲਦੀ ਨਹੀਂ ਉਹਦੇ ਨਾਲ, ਜੁਗਤੀ ਨਾਲ ਮੁਕਤੀ ਜਿਹੜੀ ਆ ਉਹ ਆ ਸਾਧਨ ਨੂੰ ਹੀ, ਜੋਗ ਮਤ ਨੂੰ ਹੀ ਕਹੀਏ ਮੁਕਤੀ ਮੰਨੀ ਬੈਠੇ ਨੇ। ਤੇ ਤਪਸਵੀ ਜਿਹੜੇ ਨੇ ਨਾ, ਤਪੱਸਿਆ ਕਰਨ ਵਾਲੇ ਜਿਹੜੇ ਨੇ, ਕੋਈ ਧੂਣੀਆਂ ਤਪਾਉਂਦਾ, ਕੋਈ ਵਰਤ ਰੱਖਦਾ, ਕੋਈ ਜਲ ਧਾਰੇ ਕਰਦਾ, ਕੋਈ ਮੀਂਹ 'ਚ ਬਾਹਰ ਖੜਦਾ ਕਿ ਆਹ ਚੀਜ਼ ਮੈਂ ਕਰ ਰਿਹਾ। ਅਸਲ ਦੇ ਵਿੱਚ ਉਹਦੇ ਨਾਲ ਰਿੱਧੀਆਂ ਸਿੱਧੀਆਂ ਮਿਲ ਜਾਣਗੀਆਂ, ਪਰ ਛੁਟਕਾਰਾ ਜਿਹੜਾ ਨਾ ਬੰਧਨਾਂ ਤੋਂ, ਤੇ ਪੰਜ ਜਿਹੜੇ ਚੰਬੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਬਿਰਤੀ ਜਿਹੜੀ ਆ ਬੰਦੇ ਦੀ ਤਾਮਸੀ ਸਾਤਕੀ ਰਾਜਸੀ, ਜਿਹਨੂੰ ਆਪਾਂ ਰਜੋ ਤਮੋ ਸਤੋ ਕਹਿੰਦੇ ਆ। ਇੱਕ ਸੰਸਾਰਿਕ ਭੰਡਾਰੀ ਕਲਾਏ ਦੀਵਾਨ। ਗੁਰਬਾਣੀ ਇਹ ਤਿੰਨੇ ਗੁਣਾਂ ਤੋਂ ਉੱਪਰ ਹੈ। ਆਪਾਂ ਸੰਸਾਰਕ ਲੋਕ ਜਿਹੜੇ ਆ ਤਿੰਨ ਗੁਣਾਂ ਦੇ ਵਿੱਚ ਵਰਤ ਰਹੇ ਆ। ਜਨਮ ਹੋਇਆ, ਜੀਵਨ ਗੁਜ਼ਾਰਿਆ, ਕਮਾਈਆਂ ਕੀਤੀਆਂ, ਬਣਾਇਆ ਕਾਰੋਬਾਰ, ਉਦੋਂ ਬਾਅਦ ਢਹਿ ਗਏ, ਭਾਵ ਮਰ ਗਏ, ਅੰਤ ਹੋ ਗਿਆ। ਇੱਕ ਨੇ ਸਾਜਤਾ, ਇੱਕ ਨੇ ਰੋਜੀ ਦੇਤੀ, ਇੱਕ ਨੇ ਢਾਹ ਦਿੱਤਾ, ਲੈ ਕਰ ਦਿੱਤਾ, ਲੈ ਗਿਆ, ਮੌਤ ਆ ਗਈ। ਇਹ ਤਿੰਨ ਗੁਣ ਨੇ ਰਜੋ ਤਮੋ ਸਤੋ। ਕਦੇ ਬਣਾ ਲਿਆ ਜੀ, ਕਦੇ ਵਰਤਾ ਲਿਆ, ਕਦੇ ਢਾਹ ਲਿਆ। ਜਦੋਂ ਗੁਰਬਾਣੀ ਦਾ ਪਹਿਰਾ ਹੋ ਗਿਆ, ਗੁਰਬਾਣੀ ਦਾ ਸਿਧਾਂਤ ਜਿਹੜਾ ਹੈ, ਰੱਬ ਦਾ ਪਿਆਰਾ ਜਿਹੜਾ ਹੈ, ਉਹ ਇਹ ਤਿੰਨੇ ਗੁਣਾਂ ਤੋਂ ਉੱਪਰ ਉੱਠ ਜਾਂਦਾ ਹੈ। ਗੁਰਬਾਣੀ ਦੇ ਬਚਨ ਹਨ, ਸੁਖਮਨੀ ਸਾਹਿਬ ਕੇ ਸਾਧ ਕੀ ਮਹਿਮਾ ਵੇਦਨਾ ਜਾਣੈ। ਹੁਣ ਮਨਮਤੀਆਂ ਨੇ ਸਵਾਲ ਕੀਤਾ, ਕਹਿੰਦੇ ਵੀ ਐਵੇਂ ਕਿਵੇਂ, ਵੇਦ ਸਤਿਕਾਰਯੋਗ ਗ੍ਰੰਥ ਹੈਗਾ, ਪ੍ਰਸਾਦ ਦੀ ਮਹਿਮਾ ਕਿਉਂ ਨਹੀਂ ਜਾਣਦੇ? ਜੇਤਾ ਸੁਣੇ ਤੇਤਾ ਵਿਖਿਆਨ। ਕਹੀਏ ਵੇਦ ਜਿਹੜਾ ਨਾ, ਵੇਦ ਤਿੰਨ ਗੁਣਾਂ ਚ ਰਜੋ ਤਮੋ ਸਤੋ। ਰੱਬ ਦਾ ਪਿਆਰਾ ਜਿਹੜਾ ਉਹ ਚੌਥੇ ਗੁਣ ਦੇ ਵਿੱਚ ਹੁੰਦਾ ਹੈ। ਭਾਵ ਜਿਹੜੀ ਮੇਰੇ ਚ ਕੰਪੈਸਿਟੀ ਨਹੀਂ, ਮੇਰੇ ਵਿੱਚ ਜਿਹੜੀ ਯੋਗਤਾ ਹੀ ਨਹੀਂ ਹੈ, ਮੈਂ ਕੀ ਜਾਣੂਗਾ ਉਹਦੇ ਬਾਰੇ? ਮੈਂ 10 ਪੜ੍ਹਿਆ, ਕੋਈ ਜਿਹੜਾ BA MA MPhil ਵਧੀਆ ਬੰਦੇ ਨੇ ਪੜ੍ਹਾਈ ਕੀਤੀ ਹੈ, ਉਹਦੇ ਬਾਰੇ ਮੈਂ ਕੀ ਕਹੂੰਗਾ? ਉਹਦੀ ਪੜ੍ਹਾਈ ਬਾਰੇ ਮੈਂ ਤਾਂ 10 ਹੀ ਪੜ੍ਹਿਆ ਹੋਇਆ, ਉਹਦੀ ਪੜ੍ਹਾਈ ਬਾਰੇ ਮੈਂ ਕੀ ਕਹੂੰਗਾ? ਭਾਵ ਜਿਹੜਾ ਮੇਰੇ ਵਿੱਚ ਗੁਣ ਹੀ ਨਹੀਂ, ਉਹਦੇ ਬਾਰੇ ਕੀ ਦੱਸੂ ਮੈਂ? ਉਹਦਾ ਦੀ ਕੈਪੈਸਿਟੀ ਵੀ ਹੋਵੇ ਨਾ। ਗੁਰਬਾਣੀ ਜਿਹੜੀ ਹੈ ਚੌਥੇ ਗੁਣ ਦੇ ਵਿੱਚ ਹੈ। ਫਿਰ ਜਿਹੜਾ ਚੌਥੇ ਪਦ ਨੂੰ, ਚੌਥੇ ਗੁਣ ਨੂੰ ਚਿੰਤਨ ਕਰ ਲੈਂਦਾ ਨਾ, ਸਮਝ ਲੈਂਦਾ ਚੌਥਾ ਗੁਣ ਕੀ ਹੈ, ਉਹ ਹੈ ਪਰਮੇਸ਼ਰ ਦਾ ਨਾਮ, ਗੁਰੂ ਦੀ ਬਾਣੀ। ਮਹਾਰਾਜ ਕਹਿੰਦੇ ਏਦਾਂ ਜਿਹੜੇ ਤਪਸੀ ਤਪੈ ਰਾਤਾ, ਰਾਜਸੀ ਤਾਮਸੀ ਸਾਤਕੀ ਸੁਭਾਵਾਂ ਵਾਲੇ ਜਿਹੜੇ ਨੇ ਉਹ ਮਗਨ ਰਹਿੰਦੇ ਨੇ। ਤੇ ਅਗਲੇ ਵਚਨ, ਮੋਨੀ ਮੋਨ ਧਾਰੀ। ਮੋਨੀ ਕੀਏ ਨਾ ਬੋਲਣ ਵਾਲੇ, ਮੋਨ ਧਾਰੀ ਜਿਨ੍ਹਾਂ ਨੇ ਸਦਾ ਲਈ ਚੁੱਪ ਧਾਰਨ ਕੀਤੀ ਹੋਈ ਹੈ, ਚੁੱਪ ਧਾਰਨ ਕੀਤੀ ਹੈ। ਉਹ ਅਗਲੇ ਦੀ ਵਿਰਤੀ ਹੈ ਜੀ, ਵੀ ਉਹਨੇ ਕਿਸ ਤਰੀਕੇ, ਕਿਉਂ, ਕਿਵੇਂ ਮੌਨ ਧਾਰਿਆ। ਉਹਦੀ ਅਵਸਥਾ ਉਹੀ ਉਹ ਜਾਣਦਾ ਜਾਂ ਮਾਲਕ ਜਾਣਦਾ। ਜੋ ਮਹਾਰਾਜ ਕਹਿੰਦੇ ਨੇ ਉਹ ਸੁਣੋ। ਮੋਨੀ ਮੌਨ ਧਾਰੀ, ਉਹ ਕਹਿੰਦੇ ਸਦਾ ਲਈ ਚੁੱਪ ਧਾਰਨ ਕੀਤੀ ਹੈ ਜਿਹਨੇ, ਨਾਮ ਬੋਲਣ ਵਾਲੇ ਜਿਹੜੇ ਮੋਨੀ ਨੇ।
ਕਹਿੰਦੇ ਉਹਨਾਂ ਦਾ ਐਸਾ ਮਤ ਹੈ ਕਿ 12 ਸਾਲ ਮੌਨ ਰੱਖੀਏ ਤੇ ਉਹ ਤੋਂ ਬਾਅਦ ਜੋ ਮੂੰਹੋਂ ਬੋਲੀਏ ਉਹ ਪੂਰਾ ਹੋ ਜਾਂਦਾ ਹੈ। ਭਾਵ ਕਹੀਏ ਵੀ ਉਹਨਾਂ ਦੀ ਬੋਲੀ ਜਿਹੜੀ ਆ, ਉਹਨਾਂ ਦੇ ਬੋਲ ਜਿਹੜੇ ਨੇ ਉਹ ਫੁਰਨ ਲੱਗ ਜਾਂਦੇ ਨੇ, ਪੂਰੇ ਹੋਣ ਲੱਗ ਜਾਂਦੇ ਨੇ। ਇਹ ਮਤ ਹੈ ਉਹਨਾਂ ਦਾ। ਇਸ ਪ੍ਰਕਾਰ ਜੋ ਮੌਨੀ ਲੋਕ ਨੇ ਉਹ ਮੌਨ ਨੂੰ ਹੀ ਧਾਰੀ ਰੱਖਦੇ ਨੇ। ਉਹ ਮੌਨ ਧਾਰਨ ਕਰਨ ਨੂੰ ਹੀ ਜੀਵਨ ਮੁਕਤੀ ਦਾ ਸਾਧਨ ਮੰਨਦੇ ਨੇ, ਜਦੋਂ ਕਿ ਅਸਲ ਮੌਨ ਇਸ ਤੋਂ ਵਿਪਰੀਤ ਹੈ। ਜਦੋਂ ਗੁਰਬਾਣੀ ਨੂੰ ਪੜਾਂਗੇ, ਗੌਰ ਦੇ ਨਾਲ ਵੇਖਾਂਗੇ ਨਾ ਪ੍ਰਮਾਤਮਾ ਦੇ ਨਿਯਮ, ਪਰ ਅਸਲ ਮੌਨ ਜਿਹੜਾ ਹੈ ਉਹ ਕੁਛ ਹੋਰ ਹੈ। ਉਹ ਇਹ ਤੋਂ ਬਿਲਕੁਲ ਉਲਟ ਹੈ। ਆ ਬਾਹਰ ਦੇ ਮੌਨਾਂ ਤੋਂ ਬਿਲਕੁਲ ਉਲਟ ਹੈ। ਕੇਵਲ ਚੁੱਪ ਕਰਨਾ ਹੀ ਮੌਨ ਨਹੀਂ। ਮੌਨ ਕੀ ਹੈ? ਮੌਨ 4 ਪ੍ਰਕਾਰ ਦਾ ਮੰਨਿਆ ਗਿਆ। ਕਾਸ਼ਟ ਮੌਨ, ਕਾਸ਼ਟ ਮੌਨ ਕਹੀਏ ਲੱਕੜ ਵਾਂਗ ਕਠੋਰ ਹੱਠ ਰੱਖ ਕੇ ਕਿਸੇ ਨਾਲ ਗੱਲ ਨਾ ਕਰਨੀ, ਜਿਵੇਂ ਕਈ ਮੌਨੀ ਸਿਲੇ ਕੱਟਣ ਲਈ ਕਰਦੇ ਨੇ, ਕਿਸੇ ਨਾਲ ਬੋਲਣਾ ਹੀ ਨਹੀਂ। ਦੂਜਾ ਕਹੀਏ ਗੁੰਗ ਮੌਨ, ਜਮਾਂਦਰੂ ਹੀ ਬੋਲਣ ਦੀ ਸ਼ਕਤੀ ਨਾ ਮਿਲਣੀ। ਜੜ ਮੌਨ ਕਹੀਏ ਕਿਸੇ ਦੇ ਕਹੇ ਹੋਏ ਬਚਨ ਸੁਣ ਕੇ ਚੁੱਪ ਕਰ ਜਾਣਾ। ਆਪਾਂ ਕਹਿੰਦੇ ਵੀ ਚੁੱਪ ਹੋ ਗਿਆ ਤਾਂ ਫਿਰ ਅੱਗੋਂ ਗੱਲ ਨਾ ਆਉਣੀ। ਕੋਈ ਐਸੀ ਗੱਲ ਕਰ ਦੇਵੇ, ਚੁੱਪੇ ਕਰਾ ਦੇ ਅਗਲੇ ਨੂੰ, ਅਗਲਾ ਮੂੰਹ ਚੋਂ ਬੋਲੇ ਨਾ ਸਕੇ ਕੁਛ, ਇਹ ਵੀ ਜੜ ਮੌਨ ਕਹਿੰਦਾ। ਤੇ ਗਿਆਨ ਮੌਨ ਕਹੀਏ ਸਾਰੇ ਸੰਕਲਪ ਖਤਮ ਹੋ ਜਾਣ, ਸਾਰਿਆਂ ਵਿੱਚ ਪਰਮਾਤਮਾ ਦੀ ਪਰਿਪੂਰਨ ਸੱਤਾ ਜਾਣ ਕੇ ਮੌਨ ਧਾਰ ਲੈਣਾ ਹੀ ਗਿਆਨ ਹੈ। ਇਹ ਮੌਨ ਹੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨਿਕ ਹੈ, ਜੀਵਨ ਮੁਕਤੀ ਦਾ ਹਿਤੂ ਹੈ। ਇਸ ਤੋਂ ਬਿਨਾਂ ਬਾਕੀ 3 ਮੌਨ ਜਿਹੜੇ ਨੇ, ਗੁੰਗ ਮੌਨ, ਜੜ ਮੌਨ, ਕਾਸ਼ਟ ਮੌਨ, ਇਹ ਪਰਮਾਤਮਾ ਦੀ ਪ੍ਰਾਪਤੀ ਲਈ ਪ੍ਰਮਾਣਿਤ ਨਹੀਂ। ਇਸ ਪ੍ਰਕਾਰ ਮੌਨ ਨੂੰ ਹੀ ਧਾਰੀ ਰੱਖਦੇ ਨੇ। ਭਾਵ ਜੈ ਮੈਂ ਮਮ ਜੈ ਨਾਹੇ ਮਮ, ਸਭ ਕਲਪ ਭਏ ਛੀਨ, ਪਰਮਾਤਮਾ ਪੂਰਨ ਸਕਲ ਜਾਨ ਮੌਨ ਧਾਲੀ। ਉਹਦਾ ਕੀ ਫਾਇਦਾ ਹੈ ਮੌਨ ਦਾ? ਜੇ ਸੰਕਲਪ ਵਿਕਲਪ ਬੰਦੇ ਦੇ ਨਾ ਦਵੇ, ਚੁੱਪ ਤਾਂ ਮਨ ਨੂੰ ਕਰਾਉਣਾ ਨਾ। ਚੁੱਪ ਤਾਂ ਉਹ ਹੈ ਵੀ ਗਿਆਨ ਦਾ ਹੋ ਜਾਣਾ, ਸਭ ਦੇ ਵਿੱਚ ਰੱਬ ਦਿਖਣ ਲੱਗ ਗਿਆ। ਕਿਸੇ ਪ੍ਰਤੀ ਕੋਈ ਮਾੜਾ ਸੰਕਲਪ ਵਿਕਲਪ, ਗੰਦੇ ਮੰਦੇ ਖਿਆਲ ਆਉਣੋਂ ਬੰਦ ਹੋ ਗਏ, ਅੰਦਰੋਂ ਬੋਲਣੋਂ ਬੰਦ ਹੋ ਗਏ, ਉਹ ਮੌਨ ਹੈ। ਗੁਰਬਾਣੀ ਜੋ ਕਹਿੰਦੀ ਹੈ ਕਿ ਮੌਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗਾਂਠਾ। ਬਹਿ ਗਿਆ ਬੰਦਾ ਇਕਾਂਤ ਵਿੱਚ, ਸੁੰਨਾ ਹੋ ਕੇ, ਚੁੱਪ ਹੋ ਕੇ, ਮੌਨੀ ਬਣ ਕੇ, ਪਰ ਹਿਰਦੇ ਦੇ ਵਿੱਚ ਤਾਂ ਸੰਕਲਪਾਂ ਵਿਕਲਪਾਂ ਦੀਆਂ ਗੰਢਾਂ ਬਣਦੀਆਂ ਨੇ ਨਾ। ਚੁੱਪ ਤਾਂ ਮਨ ਕਰਾਉਣਾ। ਹੁਣ ਚਲੋ ਜੀਵ ਤੋਂ ਚੁੱਪ ਕਰ ਗਿਆ ਬੰਦਾ, ਜੇ ਉਹਦਾ ਮਨ ਨਹੀਂ ਨਾ ਜੀ ਚੁੱਪ ਕਰਿਆ, ਉਹਨੂੰ ਮੌਨ ਨਹੀਂ ਕਹਿ ਸਕਦੇ। ਜੀਵ ਵੀ ਚੁੱਪ ਕਰ ਲਈ ਤੇ ਅੰਦਰ ਮਨ ਵੀ ਚੁੱਪ ਹੋ ਗਿਆ, ਕਿਸੇ ਦੇ ਪ੍ਰਤੀ ਕੋਈ ਖਿਆਲ ਨਹੀਂ, ਕੋਈ ਸੰਕਲਪ ਵਿਕਲਪ, ਕੋਈ ਫੁਰਨਾ ਨਹੀਂ ਉੱਠੇਗਾ। ਮਹਾਰਾਜ ਜੀ ਕਹਿੰਦੇ ਉਹਦਾ ਫਾਇਦਾ ਨਹੀਂ। ਅੰਦਰ ਸੰਕਲਪਾਂ ਵਿਕਲਪਾਂ ਦੀਆਂ ਗੰਢਾਂ ਬਣਦੀਆਂ ਨੇ, ਫਿਰ ਕੋਈ ਪੁੱਛਦਾ, ਫਿਰ ਉਹਨੂੰ ਪਰਚੀ ਤੇ ਲਿਖ ਕੇ ਦਈਂਦਾ ਵੀ ਆਹ ਕਰ ਲਓ। ਜੀਭ ਤੋਂ ਨਹੀਂ ਬੋਲੇ ਪਰ ਮਨ ਤਾਂ ਬੋਲਦਾ। ਜੇ ਮਨ ਕਹਿੰਦਾ ਤਾਂ ਹੀ ਬੰਦਾ ਉਹ ਤੇ ਲਿਖੂਗਾ ਕੁਛ ਨਾ ਕੁਛ। ਇਸ ਕਰਕੇ ਗਿਆਨ ਮੌਨ ਜਿਹੜਾ ਨਾ, ਗਿਆਨ ਮੌਨ, ਉਹ ਪਰਿਪੂਰਨ ਪਰਮਾਤਮਾ ਨੂੰ ਪਾਉਣ ਦਾ ਸਾਧਨ ਹੈ। ਗੁਰਬਾਣੀ ਤੋਂ ਸੁਣੋ ਵੀ ਕਿੱਥੇ ਮੌਨੀ ਬਣਨਾ ਹੈ, ਭਾਵ ਕਿੱਥੇ ਅਸੀਂ ਨਹੀਂ ਬੋਲਣਾ, ਕਿੱਥੇ ਬੋਲਣਾ। ਭਗਤ ਕਬੀਰ ਜੀ ਕਹਿੰਦੇ ਆ, ਮਿਲੈ ਸੰਤ ਕਿਸ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀ ਹੈ। ਜਿੱਥੇ ਤਾਂ ਕੋਈ ਰੱਬ ਦਾ ਪਿਆਰਾ ਮਿਲਦਾ ਪ੍ਰੇਮੀ ਹੋ, ਉੱਥੇ ਤਾਂ ਗੁਰੂ ਦੀ ਗੱਲ ਸੁਣੋ, ਸੁਣਾਓ। ਜਿੱਥੇ ਕੋਈ ਸੁਣਨ ਵਾਲਾ ਹੈ, ਰੱਬ ਦੇ ਰਾਹ ਦੀ ਗੱਲ,
ਜਿੱਥੇ ਕੋਈ ਮੂਰਖ ਬੰਦਾ ਮਿਲਦਾ, ਸੰਤ ਮਿਲਦਾ, ਉੱਥੇ ਚੁੱਪ ਕਰ ਜਾਓ, ਉੱਥੇ ਮੌਨ ਧਾਰ ਲਓ, ਚੁੱਪੇ ਕਰ ਜਾਓ, ਪਰੀ ਤੁਰ ਜਾਓ, ਤੋਂ ਲੋੜ ਹੀ ਨਹੀਂ ਉਹਦੇ ਨਾਲ ਬੋਲਣ ਦੀ। ਮੂਰਖ ਹੈ ਨਾਲ ਨਾ ਲੂਝੀ ਹੈ, ਭਾਵ ਕਿ ਉਹਦਾ ਕੋਈ ਫਾਇਦਾ ਨਹੀਂ ਜੀ। ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਮੋਨ ਧਾਰ ਲੈਂਦਾ ਬੰਦਾ, ਕਰਪਾਤੀ ਕਹੀਏ ਭਾਂਡੇ ਤਿਆਗ ਦਿੰਦਾ ਹੈ, ਬਰਤਨ ਆਪਾਂ ਪ੍ਰਸ਼ਾਦਾ ਛਕਦੇ ਹਾਂ ਜਿਨ੍ਹਾਂ 'ਚ ਹੱਥਾਂ ਦਾ ਭਾਂਡਾ ਬਣਾ ਕੇ ਉਹ ਲੰਗਰ ਪ੍ਰਸ਼ਾਦਾ ਛਕੂਗਾ, ਇੱਥੇ ਤੱਕ ਉਹ ਸੰਜਮ ਰੱਖਣ ਲੱਗ ਜਾਂਦੇ ਆ। ਤੇ ਮਹਾਰਾਜ ਕਹਿੰਦੇ ਆ, ਤੜ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਤੜ ਤੀਰਥ ਬੰਦਾ ਸਮੁੰਦਰ ਘੁੰਮ ਆਉਂਦਾ, ਪਹਾੜ ਘੁੰਮ ਆਉਂਦਾ, ਦੁੱਧਾ ਛੁਟਕੈ ਨਾਹੀ। ਦੁੱਧਾ ਖਤਮ ਹੀ ਨਹੀਂ ਹੋਈ, ਦੋ ਚਿੱਤਾਪਣ ਖਤਮ ਹੀ ਨਹੀਂ ਹੋਇਆ। ਫਿਰ ਇਹੀ ਆਸ ਦੇ ਵਿੱਚ, ਵਾਸਨਾ ਦੇ ਵਿੱਚ ਸਤਿਗੁਰ ਕਹਿੰਦੇ ਆ, ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਬਤ ਤਰਾਏ। ਆਪਣੇ ਆਪ ਨੂੰ ਚਰਵਾ ਲੈਂਦਾ ਬੰਦਾ। ਬਨਾਰਸ ਦੇ ਵਿੱਚ ਸ਼ਿਵ ਜੀ ਦਾ ਆਰਾ ਬਹੁਤ ਵੱਡਾ, ਕਰਬਤ ਨਾਮ ਆਰੇ ਦਾ, ਕਿ ਮੈਂ ਸੁੱਚਾ ਹੋ ਜਾ। ਸਿਰ ਕਰਬਤ ਤਰਾਏ, ਮਨ ਕੀ ਮੈਲ ਨਾ ਉਤਰੈ ਇਹ ਵਿਦ, ਜੇ ਲੱਖ ਯਤਨ ਕਰਾਏ। ਮਨ ਦੀ ਮੈਲ ਨਹੀਂ ਜਾਂਦੀ, ਇਹੋ ਜਿਹੇ ਬੰਦਾ ਲੱਖੀ ਯਤਨ ਕਰ ਲੇ, ਮੋਨ ਧਾਰ ਲੇ, ਭਾਂਡੇ ਤਿਆਗ ਦੇ, ਨੰਗਾ ਹੋ ਕੇ ਫਿਰੇ, ਜੰਗਲਾਂ 'ਚ ਜਾਵੇ, ਗੰਗਾ ਦੇ ਕਿਨਾਰੇ ਘਰ ਪਾ ਲੇ, ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਨਾਮ ਤੋਂ ਬਿਨਾ, ਬੰਦਗੀ ਤੋਂ ਬਿਨਾ ਮੁਕਤੀ ਨਹੀਂ। ਬਾਹਰ ਦੇ ਮੋਨ ਕਿਸੇ ਕੰਮ ਦੇ ਨਹੀਂ। ਤੇ ਅੱਗੇ ਮਹਾਰਾਜ ਚੇ ਪਾਤਸ਼ਾਹ ਕਹਿੰਦੇ ਆ, ਸੰਨਿਆਸੀ ਬ੍ਰਹਮਚਾਰੀ। ਸੰਨਿਆਸੀ ਸੰਨਿਆਸ ਨੂੰ, ਬ੍ਰਹਮਚਾਰੀ ਬ੍ਰਹਮਚਰਜ ਨੂੰ ਹੀ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਸਮਝਦੇ ਨੇ। ਭਾਵ ਸਾਰੀਆਂ ਆਸਾਂ ਤੋਂ ਸੁੰਨ ਹੋ ਜਾਣਾ, ਸੰਨਿਆਸੀ ਉਹ ਹੁੰਦਾ ਹੈ। ਹਜੂਰ ਦੇ ਸੰਨਿਆਸ, ਹਜੂਰ ਨੇ ਸੰਨਿਆਸ ਦੇ ਲੱਛਣ ਤੇ ਹਨ। ਸੰਨਿਆਸ ਤਾਂ ਲੈ ਲਿਆ, ਕਈ ਬਣ ਜਾਂਦੇ ਨੇ ਬਿਹੰਗਮ, ਸੰਨਿਆਸ ਲੈ ਲਿਆ ਜੀ, ਪਰੀ ਹੋ ਗਏ ਪਰਿਵਾਰ ਤੋਂ, ਬ੍ਰਹਮਚਾਰੀ ਬਣ ਗਏ। ਫਿਰ ਉਹਨਾਂ ਦੇ ਬ੍ਰਹਮ ਨੂੰ ਟੁੱਟਣ 'ਚ ਸਮਾਂ ਵੀ ਨਹੀਂ ਲੱਗਦਾ, ਮਿੰਟਾਂ ਸਕਿੰਟਾਂ 'ਚ ਟੁੱਟ ਜਾਂਦਾ। ਚਲੋ ਬਾਹਰ ਦਾ ਸਰੀਰ ਰੋਕ ਲਿਆ, ਪਰ ਅੰਦਰ ਦੇ ਖਿਆਲਾਤ ਜਿਹੜੇ ਨੇ ਨਾ, ਖਿਆਲਾਤ ਉਹ ਤਾਂ ਨਹੀਂ ਬ੍ਰਹਮਚਰਜ ਕੀਤੇ, ਉਹ ਤਾਂ ਨਹੀਂ ਸੰਨਿਆਸੀ ਹੋਏ। ਉਧਰੋਂ ਤਾਂ ਮਾੜੀਆਂ ਸੰਕਲਪਾਂ ਵਿਕਲਪਾਂ ਜਿਹੜੀਆਂ ਨੇ ਉਹ ਤਾਂ ਰੁਕੀਆਂ ਨਹੀਂ। ਸਰੀਰ ਦਾ ਸੰਨਿਆਸ ਲੈਣਾ ਕੀ ਆ? ਸਰੀਰ ਦਾ ਬ੍ਰਹਮਚਰਜ ਕਰ ਲੈਣਾ, ਬ੍ਰਹਮਚਾਰੀ ਬਣ ਜਾਣਾ, ਉਹਦਾ ਕੀ ਆ? ਅੰਦਰ ਤਾਂ ਉਹੀਓ ਮਾੜੀਆਂ ਬੁਰੀਆਂ ਬਾਸ਼ਨਾਵਾਂ ਬੰਦੇ ਦੇ ਅੰਦਰ ਪੈਦਾ ਹੁੰਦੀਆਂ ਨਾ, ਉਹਦਾ ਕੀ ਫਾਇਦਾ? ਅਸਲ ਦੇ ਵਿੱਚ ਅੰਦਰ ਦੇ ਭੇਦ ਜਿਹੜੇ ਆ ਨਾ, ਅੰਦਰ ਦੇ ਸੰਕਲਪ ਵਿਕਲਪ ਉਹ ਰੋਕਣੇ ਆ। ਮਹਾਰਾਜ ਕਹਿੰਦੇ, ਬਾਹਰ ਦਾ ਪਖੰਡ ਕਰਨ ਨਾਲੋਂ ਤੂੰ ਅੰਦਰ ਦਾ ਸੱਚਾ ਬਣ। ਤੇ ਇਹ ਸੰਨਿਆਸੀ ਬ੍ਰਹਮਚਰਜ ਕੀ ਦਸ਼ਮੇਸ਼ ਪਿਤਾ ਕਹਿੰਦੇ ਨੇ, ਰੇ ਮਨ ਐਸੋ ਕਰ ਸੰਨਿਆਸਾ। ਦਸਮ ਦੀ ਬਾਣੀ ਆ, ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਭਾਵ ਕੇ ਜਤ ਕੀ ਜਟਾ ਜੋਗ ਕੋ ਮੱਜਨ, ਨੇਮ ਕੇ ਨਖਣ ਵਡਾਓ। ਗਿਆਨ ਗੁਰੂ ਆਤਮ ਉਪਦੇਸੋ, ਨਾਮ ਬਭੂਤ ਲਗਾਓ। ਐਸਾ ਸੰਨਿਆਸ ਕਰੋ। ਸੰਨਿਆਸ ਧਾਰਨਾ ਵੀ ਆ ਨਾ, ਜਿਹੜੇ ਸੰਨਿਆਸੀ ਬਣ ਜਾਂਦੇ ਨੇ, ਬਾਹਰ ਜਾ ਕੇ ਪਹਿਰਾਵੇ ਪਾ ਲਏ, ਭਗਵੇਂ ਪਾ ਲਏ, ਜੋ ਵੀ ਪਾ ਲਏ ਆ, ਜਾਂ ਕੱਪੜੇ ਤਿਆਗ ਦਿੱਤੇ, ਵੱਡੀਆਂ ਜਟਾਂ ਰੱਖ ਲਈਆਂ, ਚਲੋ ਉਹ ਉਹਨਾਂ ਨੂੰ ਮੁਬਾਰਕ। ਜੇ ਇਕੱਲਾ ਦਿਖਾਵੇ ਦਾ ਇਹ ਕਰਮ ਕੀਤਾ ਹੈ ਤਾਂ ਗੁਰਮੁਖੋ ਰੱਬ ਦੀ ਪ੍ਰਾਪਤੀ ਨਹੀਂ। ਹਾਂ, ਰਿੱਧੀਆਂ ਸਿੱਧੀਆਂ ਬੰਦਾ ਪ੍ਰਾਪਤ ਕਰ ਲੂ, ਮੁਕਤੀ ਨਹੀਂ ਗੀ, ਮੁਕਤੀ ਨਹੀਂ ਹੋਣੀ। ਕਹਿੰਦੇ ਜਤ ਕੀ ਜਟਾ ਜੋਗ ਕੋ ਮੱਜਨ। ਜਤੀ ਹੋਵੇ ਇਹੀ ਜਟਾਂ ਨੇ, ਜੋਗ ਕੋ ਮੱਜਨ, ਜੋਗ ਹੋਵੇ ਸਾਡੇ ਕੋਲ, ਧਿਆਨ ਬਿਰਤੀ ਇਹੀ ਸਾਡਾ ਇਸ਼ਨਾਨ ਆ। ਨੇਮ ਕੇ ਨਖਣ ਵਢਾਓ।
ਤੇ ਗਿਆਨ ਗੁਰੂ ਆਤਮ ਉਪਦੇਸੋ, ਗੁਰੂ ਦਾ ਗਿਆਨ, ਆਤਮ ਉਪਦੇਸ਼ ਅਧਿਆਤਮਿਕ ਗਿਆਨ ਜਿਹੜਾ ਨਾਮ ਵਿਭੂਤ ਲਗਾਓ, ਨਾਮ ਦੀ ਵਿਭੂਤ ਲਗਾਉਣਾ ਕਰੀਏ ਰਾਖ। ਬਾਹਰ ਦੀਆਂ ਗੋਹਿਆਂ ਵਾਲੀ ਰਾਖ ਮਲਣੀ ਕਿਸੇ ਕੰਮ ਦੀ ਨਹੀਂ। ਐਸਾ ਸੰਨਿਆਸੀ ਹੋਣਾ ਪ੍ਰਵਾਨਿਕ ਹੈ ਜੋ ਦੱਤਾ ਤ੍ਰੈ ਦੇ ਆਸਰੇ ਲੈਣ ਵਾਲੇ ਹੀ ਗਿਰੀ, ਪੁਰੀ, ਪਾਰਬਤੀ, ਭਾਰਤੀ ਆਦਿ 10 ਨਾਮ ਸੰਨਿਆਸੀਆਂ ਦੇ ਨੇ। ਦੱਤਾ ਤ੍ਰੈ ਨੇ ਜਿਨ੍ਹਾਂ ਥਾਵਾਂ ਤੇ ਜਾ ਕੇ ਚੇਲੇ ਬਣਾਏ ਨਾ, ਦੱਤਾ ਤ੍ਰੈ ਨੇ, ਉਹ ਉਹਨਾਂ ਥਾਵਾਂ ਦੇ ਨਾਮ ਨਾਲ ਹੀ ਸੰਨਿਆਸੀ ਪ੍ਰਸਿੱਧ ਹੋਏ। ਜਿਹੜੇ ਭਾਰਤ ਵਿੱਚ ਜਾ ਕੇ ਬਣਾਏ ਉਹ ਭਾਰਤੀ ਬਣੇ, ਜੋ ਆਸ਼ਰਮਾਂ ਵਿੱਚ ਬਣਾਏ ਉਹ ਅਸ਼ਰਮੀ ਹੋਏ, ਜਿਹੜੇ ਨਗਰਾਂ ਪੁਰੀਆਂ ਵਿੱਚ ਬਣਾਏ ਉਹ ਪੁਰੀਏ ਹੋਏ, ਜਿਹੜੇ ਪਹਾੜਾਂ ਵਿੱਚ ਬਣਾਏ ਉਹ ਗਿਰੀ ਹੋਏ। ਇਉਂ 10 ਨਾਮ ਸੰਨਿਆਸੀਆਂ ਦੇ ਹਨ। ਗਿਰੀ ਕਹਿੰਦੇ ਨੇ ਕਿ ਅਸੀਂ ਚੰਗੇ ਆ, ਪੁਰੀ ਵਾਲੇ ਕਹਿੰਦੇ ਨੇ ਕਿ ਅਸੀਂ ਚੰਗੇ ਆ। ਸਾਰੇ ਆਪਣੇ ਆਪਣੇ ਪੰਥ ਨੂੰ ਹੀ ਚੰਗੇ ਕਹਿੰਦੇ ਨੇ, ਪਰ ਅਸਲ ਦੇ ਵਿੱਚ ਜਿਨ੍ਹਾਂ ਦੀਆਂ ਆਸਾਂ ਸਨ ਕਈਏ ਸੁੰਨ ਹੋ ਗਈਆਂ, ਉਹ ਅਸਲੀ ਸੰਨਿਆਸੀ ਨੇ, ਬ੍ਰਹਮਚਾਰੀ ਨੇ। ਜਤ ਰੱਖਣਾ, ਗ੍ਰਹਿਤ ਆਸ਼ਰਮ ਨੂੰ ਅੰਗੀਕਾਰ ਨਾ ਕਰਨਾ, ਬਲਕਿ 25 ਸਾਲ ਵਿਦਿਆ ਪੜ੍ਹਨ ਵਿੱਚ ਹੀ ਲਾ ਦੇਵੇ, ਇਸ ਤਰ੍ਹਾਂ ਸਮਾਂ ਬਤੀਤ ਕਰਨਾ, ਜਿਸ ਦੇ ਪ੍ਰਥਾਏ ਗੁਰੂ ਬਾਬਾ ਜੀ ਇਹ ਬਚਨ ਕਰਦੇ ਨੇ ਕਿ ਬਿੰਦ ਨਾ ਰਾਖੈ ਜਤੀ ਕਹਾਵੈ, ਮਾਈ ਮੰਗਤ ਤ੍ਰੈ ਲੁਭਾਵੈ। ਬਿਰਤੀ ਤਾਂ ਨਾ ਜੁੜੀ, ਤਿੰਨੇ ਗੁਣਾ ਤੋਂ ਮੁਕਤ ਨਹੀਂ ਹੋਇਆ, ਰਜੋ ਤਮੋ ਸਤੋ ਕਹੀਏ, ਫਿਰ ਕਾਹਦਾ ਉਹਦਾ ਬਾਹਰ ਦਾ ਰੱਖਿਆ ਸਨਾਸ ਸੰਨਿਆਸ ਬ੍ਰਹਮਚਾਰ ਕਿਸੇ ਕੰਮ ਦਾ। ਤੇ ਮਹਾਰਾਜ ਕਹਿੰਦੇ ਆ ਉਦਾਸੀ ਉਦਾਸ ਰਾਤਾ, ਉਦਾਸੀ ਕਹੀਏ ਉਦਾਸ ਉਪਰਾਮ ਰਹਿਣਾ, ਉਪਰਾਮ ਰਹਿਣਾ ਹੀ ਭਾਵ ਰਾਤਾ ਕਹੀਏ ਰੰਗੇ ਰਹਿੰਦੇ ਨੇ, ਜਿਹੜੇ ਉਪਰਾਮ ਦੇ ਵਿੱਚ ਰੰਗੇ ਰਹਿਣਾ। ਕਈ ਇਹ ਕਹਿੰਦੇ ਨੇ ਕਿ ਅਸੀਂ ਬਾਬਾ ਸ਼੍ਰੀ ਚੰਦ ਜੀ ਨੂੰ ਹੀ ਮੰਨਦੇ ਹਾਂ, ਅਸੀਂ ਸਨਕ ਸਨੰਦਨ ਤੋਂ ਪੈਦਾ ਹੋਏ ਹਾਂ। ਉਹ ਇਸ ਅਵਸਥਾ ਵਿੱਚ ਹੀ ਰਹਿਣਾ ਪਸੰਦ ਕਰਦੇ ਨੇ ਅਤੇ ਨਾਲ ਹੀ ਇਸ ਤੁਕ ਨੂੰ ਪੜ੍ਹ ਲੈਂਦੇ ਨੇ ਕਿ ਸਿਵ ਸਨਕਾਦਿਕ ਭਏ ਉਦਾਸੀ, ਪਰ ਉਦਾਸੀਨ ਭੇਖ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਚੱਲਿਆ। ਗੁਰੂ ਨਾਨਕ ਬਾਬਾ ਜੀ ਨੇ 4 ਉਦਾਸੀਆਂ ਧਾਰਨ ਕੀਤੀਆਂ। ਉਦਾਸੀ ਨਾਮ ਉਪਰਾਮਤਾ ਦਾ ਹੈ, ਰਹਿਣਾ ਹੁੰਦਾ ਵਿੱਚੇ ਪਰ ਰਹਿਣਾ ਹੁੰਦਾ ਉਪਰਾਮ, ਰਹਿਣਾ ਹੁੰਦਾ ਉਪਰਾਮ। ਜਿਵੇਂ ਰਾਜਾ ਜਨਕ ਭਗਤ ਹੋਏ ਨੇ, ਸਭ ਤੋਂ ਵੱਡੇ ਰਹੇ ਗੁਰਮੁਖ, ਭਾਵ ਕੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਵੱਡਾ ਭਗਤ ਕਿਉਂ ਗਿਣਿਆ ਜੀ ਉਹਨੂੰ? ਉਹ ਰਿਹਾ ਪਰਿਵਾਰ ਦੇ ਵਿੱਚ, ਰਿਹਾ ਉਪਰਾਮ, ਰਾਜ ਭਾਗ ਵੀ ਭੋਗਿਆ, ਵਿਆਹ ਵੀ ਕਰਵਾਏ, ਪਰ ਰਿਹਾ ਉਪਰਾਮ। ਅਸਲ ਦੇ ਵਿੱਚ ਉਹ ਹੈ। ਉਹ ਕਹਿੰਦੇ ਮਹਾਰਾਜ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਪਰਿਵਾਰਾਂ 'ਚ ਰਹਿ ਕੇ ਹੀ ਉਦਾਸੀ ਨਾਮ ਉਪਰਾਮਤਾ ਦਾ ਇਹ ਧਾਰਨ ਕੀਤਾ। ਫਿਰ ਪਾਤਸ਼ਾਹ ਜੀ ਵੱਡੇ ਸਪੁੱਤਰ ਜੋ ਸਨ ਬਾਬਾ ਸ੍ਰੀ ਚੰਦ, ਉਹਨਾਂ ਨੇ ਆਪਣੇ ਪਿਤਾ ਗੁਰੂ ਨਾਨਕ ਸਾਹਿਬ ਜੀ ਤੋਂ ਉਪਰਾਮਤਾ ਦਾ ਗੁਣ ਧਾਰਨ ਕੀਤਾ ਅਤੇ ਬਾਬਾ ਸ੍ਰੀ ਚੰਦ ਤੋਂ 6ਵੇਂ ਪਾਤਸ਼ਾਹ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਤੋਂ ਅੱਗੇ ਉਹਨਾਂ ਦੇ 4 ਸ਼ਿਸ਼ ਬਾਲੂ ਹਸਨਾ ਜੀ, ਗੋਇੰਦ ਜੀ, ਫੂਲ ਜੀ ਅਤੇ ਅਲਮਸਤ ਹੋਏ ਨੇ। ਇਹਨਾਂ ਦੇ ਅੱਗੇ ਸਤਿਗੁਰਾਂ ਤੋਂ ਬਖਸ਼ਿਸ਼ ਲੈ ਕੇ 10 ਨਾਮ ਉਦਾਸੀ ਹੋਏ। ਅਸਲ ਦੇ ਵਿੱਚ ਇੱਕ ਪਾਸਾ ਹੀ ਧਾਰਨ ਕਰ ਲਿਆ ਉਹਨਾਂ ਨੇ, ਰਹਿਣਾ ਸੀਗਾ ਨਾਲ ਪਰਿਵਾਰਾਂ 'ਚ, ਪਰ ਉਹ ਕੱਲੀ ਉਪਰਾਮਤਾ ਲੈ ਕੇ ਬਹਿ ਗਏ। ਗੁਰੂ ਨਾਨਕ ਦੇ ਘਰ ਦੇ ਵਿੱਚ ਉਪਰਾਮਤਾ ਭਾਵ ਬੰਦਾ ਪਰਿਵਾਰ 'ਚ ਵੀ ਰਵੇ, ਰਾਜ ਭਾਗ ਵੀ ਕਰੇ, ਕਿਰਤ ਕਮਾਈਆਂ ਵੀ ਕਰੇ, ਉਪਰਾਮ ਵੀ ਰਵੇ, ਭਾਵ ਮਾਇਆ ਰਹਿਣਾ ਵੀ ਆ, ਮਾਇਆ 'ਚ ਰਹਿਣਾ ਉਪਰਾਮ। ਇੱਕ ਨੇ ਮਾਇਆ ਤਿਆਗਤੀ,
ਸੰਨਿਆਸੀ ਬਣ ਗਏ, ਉਦਾਸੀ ਬਣ ਗਏ ਬਾਬਾ ਸ੍ਰੀ ਚੰਦ, ਤੇ ਇੱਕ ਰਾਜ ਭਾਗ ਵਾਲਾ ਬਣ ਗਿਆ ਬਾਬਾ ਲਖਮੀ ਚੰਦ, ਜਿਹੜਾ ਸੀਗਾ ਗੁਰੂ ਸਾਹਿਬ ਜੀ ਦੇ ਛੋਟੇ ਸਪੁੱਤਰ। ਮਹਾਰਾਜ ਨੇ ਸੋਚਿਆ ਵੀ ਕੰਮ ਦੋਹਾਂ ਤੋਂ ਨਹੀਂ ਚੱਲਣਾ। ਇੱਕ ਨੇ ਉਪਰਾਮਤਾ ਵਾਲਾ ਪਾਸਾ ਲੈ ਕੇ ਬਹਿਣਾ ਕੀਤਾ ਤੇ ਦੂਜਾ ਮਾਇਆ ਵਾਲਾ ਪਾਸੇ ਲੈ ਕੇ ਬਹਿ ਗਿਆ, ਵੀ ਕੰਮ ਇਹਨਾਂ ਦੋਹਾਂ ਤੋਂ ਨਹੀਂ ਚੱਲਣਾ। ਫਿਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਕਸਵੱਟੀ ਤੇ ਪੂਰੇ ਉਤਰੇ। ਫਿਰ ਕਿਤੇ ਜਾ ਕੇ ਉਹਨਾਂ ਨੇ ਅੱਗੇ ਕਾਰਜ ਸ਼ੁਰੂ ਕੀਤਾ ਤੇ ਮਹਾਰਾਜ ਦੇ ਬਚਨ ਨੇ ਕਿ ਸੋ ਉਦਾਸ ਜੇ ਪਾਲੇ ਉਦਾਸ, ਸੋ ਉਦਾਸੀ ਜੋ ਪਾਲੇ ਉਦਾਸ, ਅਰਧ ਉਰਧ ਕਰੇ ਨਿਰੰਜਨ ਵਾਸ। ਅੰਦਰ ਬਾਹਰ ਇੱਕ ਪ੍ਰਮਾਤਮਾ ਦਾ ਵਾਸਾ ਜੀ ਦੇ ਵਿੱਚ ਰਹਿਣਾ ਹੈ, ਆਪਣੇ ਟੱਬਰ ਟੀਰ ਦੇ ਵਿੱਚ, ਪਰਿਵਾਰ ਦੇ ਵਿੱਚ ਰਹਿਣਾ ਹੈ, ਮਾਲਕ ਦੇ ਨਾਲ ਮਿਲ ਕੇ। ਇਸ ਕਰਕੇ ਗੁਰਮੁਖੋ ਯਤਨ ਕਰੀਏ ਕਿ ਪ੍ਰਮਾਤਮਾ ਨਾਲ ਜੁੜ ਕੇ ਉਪਰਾਮ ਰਹੀਏ। ਬਹੁਤ ਵਾਰ ਆਪਾਂ ਵਿਚਾਰ ਕੀਤੇ, ਉਪਰਾਮ ਰਹਿਣਾ, ਜਿੱਥੇ ਇੱਕ ਪ੍ਰਮਾਤਮਾ ਨੇ ਰੱਖਿਆ ਖੁਸ਼ ਰਹਿਣਾ, ਉਹਦੀ ਆਗੋਸ਼ ਨੂੰ, ਉਹਦੀ ਸ਼ਰਨ ਨੂੰ ਹਰ ਟਾਈਮ ਮਹਿਸੂਸ ਕਰਨਾ, ਮਸਤ ਹੋ ਕੇ ਫਿਰਨਾ ਉਹਦੇ ਰੰਗ ਦੇ ਵਿੱਚ। ਜ਼ਿੰਦਗੀ ਮਿਲਿਆ ਹੋਇਆ ਜੀਵਨ ਜਿਹੜਾ ਹੈ ਬੋਝ ਨਾ ਲੱਗੇ, ਜਿੰਨਾ ਕੁ ਦਿੱਤਾ ਬਹੁਤ ਹੈ, ਜਿੱਥੇ ਕਹਾਂ ਠੀਕ ਹੈ, ਵਧੀਆ ਆਨੰਦ ਹੈ। ਉਪਰਾਮ ਰਹਿਣਾ, ਕੋਈ ਇੱਛਾ ਨਾ ਰਹਿਣੀ। ਸਭ ਇੱਛਾ ਜਿਹੜੀਆਂ ਨੇ, ਕਲਪਨਾਵਾਂ ਜਿਹੜੀਆਂ ਨੇ, ਸੰਕਲਪ ਵਿਕਲਪ ਗੰਢਾਂ ਜਿਹੜੀਆਂ ਅੰਦਰ ਬੰਨ੍ਹਦੀਆਂ ਨੇ ਸਾਡੇ, ਨੱਠ ਜਾਣ, ਦੂਰ ਹੋ ਜਾਣ, ਅਸੀਂ ਮੰਗਣੋਂ ਹਟ ਜਾਈਏ। ਗੱਲਾਂ ਤਾਂ ਥੋੜ੍ਹੀਆਂ ਜਿਹੀਆਂ ਔਖੀਆਂ ਨੇ ਪਹੁੰਚਾਉਣੀਆਂ, ਵਰਤਾਉਣੀਆਂ, ਸਿੱਖਣੀਆਂ, ਅਪਣਾਉਣੀਆਂ, ਪਰ ਜਦੋਂ ਸਿੱਖ ਗਏ ਤਾਂ ਕੁਛ ਵੀ ਨਹੀਂ ਲੱਗਣਾ। ਹੁਣ ਤਾਂ ਗੁਰੂ ਦੀ ਬਾਣੀ ਦੀ ਵਿਚਾਰ ਜਿਹੜੀ ਉੱਪਰ ਦੀ ਲੰਘ ਜਾਂਦੀ, ਉੱਪਰ ਦੀ ਪਤਾ ਹੀ ਨਹੀਂ ਲੱਗਦਾ ਵੀ ਕਿਵੇਂ, ਕੀ ਸੰਨਿਆਸ, ਕੀ ਉਪਰਾਮਤਾ, ਕਿਵੇਂ ਜੇ ਰਹਿਣਾ, ਕੀ ਕਰਨਾ। ਤੇ ਜਦੋਂ ਉਹਦੀ ਕਿਰਪਾ ਬਰਸਣ ਲੱਗ ਜਾਣੀ ਆ, ਗੱਲਾਂ ਸਮਝ ਆਉਣ ਲੱਗ ਜਾਂਦੀਆਂ ਨੇ, ਗੁਰਬਾਣੀ ਦੀਆਂ ਵਿਚਾਰ ਸਮਝ ਆਉਣ ਲੱਗ ਜੂ। ਫਿਰ ਜਿੱਥੇ ਵੀ ਜਾਈਏ ਆਪਾਂ, ਕੰਨ ਜਿਹੜਾ ਆਪਣਾ ਗੁਰਬਾਣੀ ਦੇ ਰਸ ਵੱਲ ਨੂੰ ਹੋ ਜਾਏਗਾ। ਜਿੱਥੇ ਮਰਜੀ ਕੋਈ ਬਾਣੀ ਪੜ੍ਹਦਾ ਹੋਵੇ, ਕਥਾ ਕਰਦਾ ਹੋਵੇ, ਆਪਣਾ ਕੰਨ ਧਿਆਨ ਉਧਰ ਹੋਏਗਾ। ਹੁਣ ਕਈ ਘਰਾਂ 'ਚ ਵੀ ਕੰਮ ਧੰਦੇ ਕਰ ਰਹੇ ਨੇ, ਪਰ ਕੰਨ ਉਹਨਾਂ ਦਾ ਇੱਧਰ ਹੈ, ਗੁਰੂ ਦੀ ਬਾਣੀ ਵੱਲ ਹੈ। ਕਈਆਂ ਨੂੰ ਜਿੰਨਾ ਮਰਜੀ ਸੁਣਾਓ, ਕਈ ਇੱਥੇ ਆ ਕੇ ਵੀ ਨਹੀਂ ਮੇਰੇ ਵਰਗੇ ਸੁਣ ਸਕਦੇ, ਇੱਥੇ ਵੀ ਨਹੀਂ ਪਤਾ ਲੱਗਦਾ ਵੀ ਕੀ ਕਹਿ ਦਿੱਤਾ। ਕਾਰਨ ਕੀ ਹੈ? ਮਨ ਸਾਡਾ ਗਲਤ ਚੀਜ਼ਾਂ, ਭਾਵ ਔਗਣਾਂ ਦਾ ਗਾਹਕ, ਕਮੀਆਂ ਵੇਖਣੀਆਂ, ਉਹ ਚੀਜ਼ ਪਕੜ ਕਰਦਾ। ਇੱਥੇ ਬਹਿ ਕੇ ਵੀ ਨਹੀਂ ਗੱਲ ਚੇਤੇ ਰਹਿੰਦੀ, ਕਈ ਘਰੇ ਬਹਿ ਕੇ ਚੇਤਾ ਵੀ ਹਾਂ ਅੱਜ ਆਹ ਵਿਚਾਰ ਹੋਈ ਆ, ਉੱਥੇ ਕੰਨ ਰਸ ਬਣਨ ਲੱਗ ਜਾਂਦਾ ਹੈ ਗੁਰੂ ਦੀ ਬਾਣੀ ਦਾ। ਕੋਸ਼ਿਸ਼ ਕਰੀਏ, ਉਪਰਾਮ ਰਹੀਏ, ਉਹਦੀ ਆਗੋਸ਼ ਦੇ ਵਿੱਚ ਰਹੀਏ, ਆਨੰਦ ਦੇ ਵਿੱਚ ਜੀਵਨ ਜਿਉਈਏ। ਜਿੱਥੇ ਕਾਂ ਵਧੀਆ ਅੱਜ ਦਾ ਦਿਨ ਚੜ੍ਹਿਆ, ਆਪਣੇ ਹਰ ਇੱਕ ਮਿੰਟ ਸਕਿੰਟ ਨੂੰ, ਦਿਨ ਨੂੰ ਆਖਰੀ ਗਿਣ ਕੇ ਜਿਉਂ ਵੀ ਅੱਜ ਦਾ ਦਿਨ ਆਖਰੀ ਚੜ੍ਹਿਆ ਮੇਰੇ ਜੀਵਨ ਦਾ। ਇੱਕ ਦਿਨ ਤਾਂ ਆਊਗਾ ਉਹ ਜਿਹੜਾ ਆਖਰੀ ਦਿਨ ਆਉਣਾ, ਤਾਂ ਪੱਕਾ ਸੱਚ ਹੈ। ਫਿਰ ਬੰਦਾ ਸੱਚ ਦਾ ਧਾਰਨੀ ਜਦੋਂ ਬਣਦਾ ਜਾਏਗਾ, ਹਰ ਇੱਕ ਮਿੰਟ ਸਕਿੰਟ ਆਖਰੀ ਲੱਗੂਗਾ। ਭਾਵ ਹਰ ਇੱਕ ਮਿੰਟ ਸਕਿੰਟ ਜਿਹੜਾ ਵਰਤਮਾਨ ਉਹੀ ਆਪਣਾ, ਜਿਹੜਾ ਲੰਘ ਗਿਆ ਉਹ ਵੀ ਗਿਆ, ਜਿਹੜਾ ਅੱਗੇ ਆਏਗਾ ਪਤਾ ਨਹੀਂ, ਆਉਣਾ ਹੈ ਕਿੰਨਾ ਕੁ ਰਹਿੰਦਾ, ਕਿੰਨਾ ਕੁ ਬਾਕੀ ਹੈ, ਲੰਘ ਗਿਆ ਕੋਈ ਪਤਾ ਨਹੀਂ। ਜਿਹੜਾ ਅੱਜ ਦਾ ਹੁਣ ਬੈਠੇ ਆਪਾਂ, ਇਹੀ ਆਪਣਾ, ਆਹੀ ਆਪਣਾ ਹੈ। ਅੱਜ ਦਾ, ਅੱਜ ਨੂੰ ਵਧੀਆ ਬਣਾਓ ਤੁਸੀਂ। ਅੱਜ ਨੂੰ ਮੁੱਦਤਾਂ ਦੀਆਂ ਆਸਾਂ ਨਹੀਂ, ਮੁੱਦਤਾਂ ਦੀਆਂ ਆਸਾਂ ਨਹੀਂ ਕਿਸੇ ਨੇ ਵੇਖੀਆਂ, ਨਾ ਕਿਸੇ ਦੇ ਸਾਰੇ ਮਨੋਰਥ ਪੂਰੇ ਹੋਏ ਨੇ ਕਦੇ ਵੀ। ਜਿੰਨੀਆਂ ਵੀ ਬੰਦਾ ਸੋਚਦਾ, ਗੱਲਾਂ ਵਿਚਾਰਾਂ ਫੁਰਨੇ ਅੰਦਰ ਉੱਠਦੇ ਆ ਵੀ ਸਾਰੇ ਪੂਰੇ ਹੋਣਗੇ, ਜਮੀ ਨਹੀਂ ਹੋਣੇ। ਕੋਈ ਇਹ ਆ ਜਿਹੜਾ ਸਾਰੇ ਮਨੋਰਥ ਪੂਰੇ ਕਰਕੇ ਜਾਂਦਾ ਹੈ। ਇੱਥੇ ਜਿਹੜਾ 100 ਤੋਂ ਵੀ ਲੰਘਿਆ ਨਾ, ਉਹਦੇ ਵੀ ਮਨ ਦੇ ਵਿੱਚ 100 ਸੰਕਲਪ ਵਿਕਲਪ ਨੇ, 100 ਇੱਛਾਵਾਂ ਨੇ, ਮੈਂ ਆਹ ਕਰਨਾ, ਮੈਂ ਆਹ ਵੇਖਣਾ, ਪੋਤਾ ਪੜੋਤਾ, ਅੱਗੇ ਬੜਾ ਕੁਛ ਸੋਚਦਾ ਬੰਦਾ ਜੀ। ਅਸਲ ਦੇ ਵਿੱਚ ਅੱਜ ਨੂੰ ਆਖਰੀ ਸਮਝੋ, ਅੱਜ ਨੂੰ ਵਧੀਆ ਬਣਾਓ। ਅੱਜ ਨੂੰ, ਕੱਲ ਦਾ ਕੋਈ ਪਤਾ ਨਹੀਂ। ਅੱਜ ਦਾ ਜੀਵਨ ਵਧੀਆ ਹੋਵੇ, ਕੱਲ ਦਾ ਕੋਈ ਭਰੋਸਾ ਨਹੀਂਗਾ। ਐਸਾ ਨਾ ਕਰੀਏ ਜਿਹਦੇ ਕਰਕੇ ਸਾਡਾ ਆਉਣ ਵਾਲਾ ਖਰਾਬ ਹੋ ਜਾਏ ਕੰਮ। ਕੱਲ ਆਉਣ ਵਾਲਾ, ਅੱਗੇ ਜਿਹੜਾ ਜੀਵਨ ਮਿਲਣਾ, ਅਗਲਾ ਜਿਹੜਾ ਜਹਾਨ ਮਿਲਣਾ ਹੈ, ਉਹ ਸਾਡਾ ਨਰਕ ਬਣ ਜੇ, ਆਹ ਨਾ ਹੋਵੇ। ਉਹਦੇ ਰੰਗ ਦੇ ਵਿੱਚ ਰੰਗੇ ਰਹੀਏ ਪ੍ਰੇਮੀਓ, ਰੱਬ ਰੱਬ ਕਰੀਏ। ਜਿੱਥੇ ਕੁ ਰੱਖੇ ਆ ਚੰਗਾ, ਠੀਕ ਹੈ, ਵਧੀਆ ਸਕੂਨ ਦੇ ਵਿੱਚ ਜੀਵਨ ਨੂੰ ਜਿਉਈਏ। ਜ਼ਿੰਦਗੀ ਉਹਦੇ ਨਾਮ ਦੇ ਵਿੱਚ, ਉਹਦੀ ਰਜਾ 'ਚ, ਉਹਦੇ ਭਾਣੇ ਵਿੱਚ ਰਹਿਣਾ ਸਿੱਖੀਏ। ਐਦਾਂ ਜੀਵਨ ਨੂੰ ਜਿਉਈਏ ਤਾਂ ਜੀਵਨ ਦਾ ਆਨੰਦ ਹੈ,
ਨਹੀਂ ਜੀਵਨ ਵੀ ਨਰਕ ਬਣ ਜਾਣਾ। ਆਓ ਕੋਸ਼ਿਸ਼ ਕਰੀਏ ਉਹਦੀ ਰਜ਼ਾ 'ਚ ਰਹਿਣ ਦੀ। ਆਓ ਜੀ ਭੁੱਲਾਂ ਤੋਂ ਖਿਮਾ ਰਹਿੰਦੀਆਂ ਵਿਚਾਰਾਂ ਅੱਗੇ ਵਿਚਾਰਾਂਗੇ। ਗੱਜ ਵੱਜ ਕੇ ਹਾਜ਼ਰੀ ਭਰਿਆ ਕਰੋ ਸਾਰੇ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਦਿਵਸ ਰਾਤ ਦੁਇ ਦਾਈ ਦਾਇਆ ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ ਜਿਨੇ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ ਜਿਨੇ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।